ਸਾਮਾ ਹੂੰ 3-4 ਦਿਨ ਹੋ ਗਏ ਨੇ। ਮੈਨੂੰ ਲੱਗਦਾ ਹੈ ਜਿੱਦਾਂ ਅੱਬਾ ਜੀ ਇਸ ਘਰ 'ਚ ਹੀ ਆਸ-ਪਾਸ ਫਿਰ ਰਹੇ ਨੇ। ਬੇਗਮ ਆਪਾਂ ਨੇ तो मरे ਨੂੰ ਤੇ 10 ਸਾਲ ਹੋ ਗਏ ਨੇ। ਲੇਕਿਨ ਫਿਰ ਵੀ ਸਾਮਾ ਤੁਸੀਂ ਨਾ ਕਿਸੇ ਨੂੰ ਸੱਦ ਕੇ ਨਾ ਸਪਾਰੇ ਪੜਾ ਲਓ ਜਾਂ ਬਰੂਦੇ ਪੱਗ ਪੜਾ ਲਓ। ਮੇਰਾ ਬੜਾ ਹੀ ਦਿਲ ਘਬਰਾਉਂਦਾ। ਮੈਨੂੰ ਹਰ ਟਾਈਮ ਅਹਿਸਾਸ ਹੁੰਦਾ ਰਹਿੰਦਾ ਉਹਨਾਂ ਦੀ ਮੌਜੂਦਗੀ ਦਾ। बेगम तू कली रह के ना सोचा सोच सोच के पागल हो गई। ਇਹ ਨਿਜ਼ਾਮੇ ਕੁਦਰਤ ਹੈ ਜਿਹੜਾ ਚਲਾ ਗਿਆ ਉਹ ਚਲਾ ਗਿਆ। ਤੁਸੀਂ ਨਹੀਂ ਸਮਝਦੇ ਪਏ। ਮੈਨੂੰ ਖੌਫ ਆਉਂਦਾ ਹੈ ਜਦੋਂ ਮੈਂ ਕੰਮ ਕਰਦੀ ਆ ਨਾ। ਮੈਨੂੰ ਲੱਗਦਾ ਹੈ ਮੇਰੇ ਪਿੱਛੇ ਕੋਈ ਖੜਾ ਹੈ। ਮੇਰੇ ਨਾਲ ਕੋਈ ਤੁਰਦਾ ਫੀਲ ਹੁੰਦਾ ਹੈ। ਆਵਾਜ਼ਾਂ ਆਉਂਦੀਆਂ ਇਸ ਘਰ ਚੋਂ ਅਜੀਬ ਅਜੀਬ ਕਿਸਮ ਦੀਆਂ। ਤੁਹਾਨੂੰ ਪਤਾ ਹੈ ਰਾਤ ਨੂੰ ਵੀ ਆ ਰਹੀਆਂ ਸੀ। ਤੇ ਤੁਹਾਡੀ ਮਿਹਰਬਾਨੀ ਹੈ ਤੁਸੀਂ ਕਿਸੇ ਨੂੰ ਬੁਲਾ ਕੇ ਨਾ ਹਿਸਾਬ ਲਗਵਾਓ। ਨਾਲ ਆਪਾਂ ਪੜ੍ਹਾਈ ਵੀ ਕਰਵਾਉਣੀ ਹੈ। ਕਿਦੋਂ ਆਣਾ ਤੁਸੀਂ? ਦਫ਼ਤਰ ਹੀ ਬੈਠੇ ਰਹੋਗੇ? ਯਾਰ ਸ਼ਾਮ ਹੋਣ ਵਾਲੀ ਹੈ। ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਜਲਦੀ ਆਓ ਪਲੀਜ਼। ਹਾਂ ਆਇਓ ਪਲੀਜ਼ ਜਲਦੀ ਆਇਓ। ਮੈਂ ਛੱਤ ਤੇ ਬੈਠੀ ਆ। ਉਨੀ ਦੇਰ ਮੈਂ ਥੱਲੇ ਨਹੀਂ ਜਾਣਾ ਜਿੰਨੀ ਦੇਰ ਤੱਕ ਤੁਸੀਂ ਨਹੀਂ ਆਏ। ਤੁਹਾਨੂੰ ਨਹੀਂ ਪਤਾ ਅੱਜ ਬਹੁਤ ਹਰਕਤਾਂ ਹੋਈਆਂ ਮੇਰੇ ਨਾਲ। ਯਾਰ ਤੁਸੀਂ ਕਿਉਂ ਨਹੀਂ ਮੰਨਦੇ? ਯਾਰ ਇਹਦਾ ਇਲਾਜ ਕਰਵਾਓ। ਕਿਸੇ ਬਜ਼ੁਰਗ ਨੂੰ ਬੁਲਵਾਓ। ਹਿਸਾਬ ਕਰਵਾਓ ਕੋਈ। ਮੈਨੂੰ ਬਹੁਤ ਡਰ ਲੱਗ ਰਿਹਾ ਹੈ। ਹਾਂ ਆ ਜਾਓ ਪਲੀਜ਼ ਜਲਦੀ ਆ ਜਾਓ। कौन आ तू? की चाहता है मेरे कोल? मैं की क्या तेनू? मेरी जिंदगी आजाद बनाती है। छड़ दियो मेरा पीछा। चले जाओ घर छड़ के। ਤੁਹਾਨੂੰ ਰੱਬ ਦਾ ਵਾਸਤਾ ਹੈ। ਕਾਇਨਾਤ ਕਿੱਥੇ ਆ ਤੂੰ? ਕਾਇਨਾਤ ਕੀ ਹੋਇਆ? ਕੀ ਹੋਇਆ ਦੱਸ ਤੇ ਸਹੀ। ਮੈਂ ਤੁਹਾਨੂੰ ਕਿਹਾ ਸੀ ਨਾ ਘਰ 'ਚ ਕੋਈ ਹੈ। ਇਹ ਬਾਲ ਹੁਣ ਲੱਕੜੀਆਂ ਥੱਲੇ ਥੱਲੇ। ਅੱਬਾ ਜੀ ਨੂੰ ਮੈਂ ਅੱਛਾ ਰੁਕ ਮੇਰੀ ਗੱਲ ਤੂੰ ਟੈਨਸ਼ਨ ਨਾ ਲੈ। ਇੱਕ ਹੈ ਮੈਂ ਉਹਨੂੰ ਬੁਲਾਣਾ ਵਾ ਔਰ ਰੂਹਾਂ ਨੂੰ ਜਿੰਨਾਤ ਨੂੰ ਉਹ ਦੇਖਦਾ ਵਾ। ਮੈਂ ਕਰਦਾ ਉਹਨੂੰ ਕਾਲ। ਤੂੰ ਟੈਨਸ਼ਨ ਨਾ ਲੈ। ਬੈਠ। ਫੋਨ ਕਰੋ ਨਾ ਤੁਸੀਂ। हेलो अस्सलाम वालेकुम बाबा जी। मैं बोल रहा हूँ सामा। तू टेंशन ना ले नहीं आ रहे।
ਪੁੱਤਰ ਜਦੋਂ ਬੱਚਾ ਪੈਦਾ ਹੁੰਦਾ ਹੈ ਨਾ ਤੇ ਮਾਂ ਪਿਓ ਨੂੰ ਸਾਂਭਦੇ ਆ। ਬੱਚਾ ਡਿੱਗਦਾ ਹੈ, ਉਹਦੇ ਖਾਣ ਪੀਣ ਦਾ ਹਰ ਚੀਜ਼ ਦਾ ਖਿਆਲ ਰੱਖਦੇ ਆ ਤੇ ਔਲਾਦ ਦਾ ਵੀ ਫਰਜ਼ ਹੈ ਕਿ ਆਪਣੇ ਮਾਂ-ਬਾਪ ਦਾ ਨਾ ਜ਼ਰੂਰਤਾਂ। ਬਾਬਾ ਜੀ ਮੈਂ ਤੁਹਾਡੀ ਗੱਲ ਦਾ ਮਤਲਬ ਨਹੀਂ ਸਮਝਿਆ। ਉਹ ਤੇ ਫੌਤ ਹੋ ਚੁੱਕੇ ਨੇ, ਉਹਨਾਂ ਦੀਆਂ ਕਾਹਦੀਆਂ ਜ਼ਰੂਰਤਾਂ? ਪੁੱਤਰ ਜਿਸ ਤਰ੍ਹਾਂ ਜ਼ਿੰਦੇ ਬੰਦੇ ਨੂੰ ਜ਼ਰੂਰਤ ਹੁੰਦੀ ਆ ਨਾ ਖਾਣ ਪੀਣ ਦੀ, ਦਵਾ ਦਾਰੂ ਦੀ, ਉਸ ਤਰ੍ਹਾਂ ਮਰੇ ਬੰਦੇ ਨੂੰ ਵੀ ਜ਼ਰੂਰਤ ਹੁੰਦੀ ਹੈ ਇਸਾਲੇ ਸਵਾਬ ਦੀ, ਸਦਕਿਆਂ ਦੀ, ਖੈਰਾਤ ਦੀ, ਤੁਹਾਡੀ ਨਮਾਜ਼ ਦੀ, ਤੁਹਾਡੀ ਦੁਆ ਦੀ। ਤੇ ਤੁਸੀਂ ਆਪਣੇ ਮਾਪਿਆਂ ਨੂੰ ਕਿਉਂ ਭੁੱਲ ਗਏ ਹੋ? ਨਮਾਜ਼ਾਂ ਪੜੋ, ਮਸਜਿਦਾਂ ਬਾਤ ਕਰੋ, ਸਦਕੇ ਦਿਓ, ਖੈਰਾਤ ਕਰੋ ਤੇ ਸਭ ਤੋਂ ਵੱਡਾ ਸਦਕਾ ਨੇਕ ਔਲਾਦ ਹੁੰਦੀ ਹੈ। ਤੂੰ ਨਮਾਜ਼ਾਂ ਪੜ, ਉਹਨਾਂ ਵਾਸਤੇ ਖਤਮ ਦੁਆ, ਉਹਨਾਂ ਦੇ ਸਾਲੇ ਸਵਾਬ ਵਾਸਤੇ ਦੁਆ ਕਰ। ਬਾਕੀ ਰੱਬ ਸੱਤੇ ਖਿਆਨਾ ਕਰੇਗਾ, ਸੱਤੇ ਖਿਆਨਾ ਕਰੇਗਾ, सत्य ही कहना करेगा। अगर वीडियो पसंद आए तो जरूर शेयर करें, शायद आपकी वजह से किसी की इस्लाह हो जाए। देखते रहिए सीन स्टोरी। शुक्रिया।